ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਆਨੰਦਾ ਵਜੈ ਨਿਤ ਵਾਜੇ, ਪਾਰ ਬ੍ਰਹਮ ਮਨ ਵੂਠਾ ਰਾਮ। ਗੁਰਮੁਖੇ ਸਚ ਕਰਨੀ ਸਾਰੀ, ਬਿਨਸੇ ਭਰਮ ਪੈ ਝੂਠਾ ਰਾਮ। ਅਨਹਦ ਬਾਣੀ ਗੁਰਮੁਖ ਵਖਾਣੀ, ਜਸ ਸੁਣ ਸੁਣ ਮਨ ਤਨ ਹਰਿਆ। ਸਰਬ ਸੁਖਾ ਤਿਸ ਹੀ ਬਣਿਆਏ, ਜੋ ਪ੍ਰਭ ਆਪਣਾ ਕਰਿਆ। ਘਰ ਮੈਂ ਨਵਨਿਧ ਭਰੇ ਭੰਡਾਰਾ, ਰਾਮ ਨਾਮ ਰੰਗ ਲਾਗਾ। ਨਾਨਕ ਜਨ ਪ੍ਰਭ ਕਦੇ ਨ ਵਿਸਰੈ, ਪੂਰਨ ਜਾਂ ਕੇ ਭਾਗਾ। ਘਰ ਮੈਂ ਨਵਨਿਧ ਭਰੇ ਭੰਡਾਰਾ, ਰਾਮ ਨਾਮ ਰੰਗ ਲਾਗਾ। ਨਾਨਕ ਜਨ ਪ੍ਰਭ ਕਦੇ ਨ ਵਿਸਰੈ, ਪੂਰਨ ਜਾਂ ਕੇ ਭਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸ਼ਾਮ ਸਮੇਂ ਦਾ ਦੀਵਾਨ ਅਸੀਂ ਮਾਣ ਪਾ ਰਹੇ ਹਾਂ। ਗੁਰਬਾਣੀ ਵਿਆਖਿਆਨ ਵਿੱਚ ਸੂਹੀ ਰਾਗ ਦੇ ਚੰਤਾਂ ਦੀ ਵਿਚਾਰ ਹੈ। ਗੁਰੂ ਅਰਜਨ ਸਾਹਿਬ ਇਸ ਪਾਵਨ ਬਚਨ ਨੂੰ ਉਚਾਰ ਰਹੇ ਨੇ। ਮੁਕਾਮੀ ਬਚਨ ਜੋ ਪਦਾ ਆਪ ਜੀ ਨੇ ਸਰਵਨ ਕੀਤਾ, ਅੱਜ ਵਿਚਾਰ ਗੋਚਰੇ, ਇਸ ਦੀ ਤਕਰੀਰ ਬੀਤੇ ਕੱਲ ਪ੍ਰਾਰੰਭ ਕੀਤੀ ਸੀ। ਕੁਝ ਬੇਸਿਕ, ਜਿਹਨਾਂ ਨੂੰ ਕਹਿ ਲਓ ਕਿ ਬੁਨਿਆਦੀ ਲੈਵਲ ਦੀਆਂ ਵਿਚਾਰਾਂ ਕੀਤੀਆਂ ਗਈਆਂ, ਕਿਉਂਕਿ ਗੁਰਬਾਣੀ ਜੋ ਗਲੋਸਰੀ ਹੈ, ਜੋ ਸ਼ਬਦਕੋਸ਼ ਹੈ, ਜੋ ਸ਼ਬਦਾਂ, ਅਲਫਾਜ਼ਾਂ, ਹਰਫਾਂ, ਅੱਖਰਾਂ ਦਾ ਖਜ਼ਾਨਾ ਹੈ, ਇਸ ਦੀ ਸਮਝ ਨਾਲ ਹੀ ਗੁਰਬਾਣੀ ਦਾ ਅਸਲ ਸਕੂਲ ਆਫ ਥਾਟ, ਵਿਚਾਰਧਾਰਾ ਸਮਝ ਆਏਗੀ। ਸੋ ਉਹਦੇ ਬਾਬਤ ਹੀ ਅਸੀਂ ਅਕਸਰ ਬਾਤ ਕਰਦੇ ਹਾਂ, ਡਿਟੇਲਡ ਵੇ ਦੇ ਨਾਲ ਡਿਸਕਸ ਕਰਦੇ ਹਾਂ। ਬਚਨ ਜੋ ਵਿਚਾਰਿਆ ਜਾ ਰਿਹਾ ਸੀ, ਆਨੰਦਾ ਵਜਹਿ ਨਿਤ ਵਾਜੇ, ਪਾਰ ਬ੍ਰਹਮ ਮਨ ਵੂਠਾ ਰਾਮ। ਆਨੰਦਾ ਵਜਹਿ ਨਿਤ ਵਾਜੇ, ਮੈਂ ਬੇਨਤੀ ਕਰ ਰਿਹਾ ਸੀ ਕਿ ਇਟਸ ਅ ਸਟੇਟ ਆਫ ਮਾਈਂਡ, ਇਹ ਮਨ ਦੀ ਦਸ਼ਾ ਆ।
ਮਨ ਨੂੰ ਬ੍ਰੇਨ ਦੇ ਜ਼ਰੀਏ ਸਮਝਿਆ ਜਾਂਦਾ ਹੈ। ਬ੍ਰੇਨ ਉਹ ਔਰਗਨ ਹੈ, ਉਹ ਸਾਡੇ ਅੰਦਰ ਦਾ ਪਾਰਟ ਆ ਜਿਹੜਾ ਇਸ ਸਾਰੇ ਦੇ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ, ਜਿਹਦੇ ਅੰਦਰ ਸਭ ਚੀਜ਼ਾਂ ਚੱਲਦੀਆਂ ਨੇ। ਰਿਸਰਚਰਸ ਜਿਹੜੇ ਹੈਗੇ ਨੇ, ਖਾਸ ਕਰਕੇ ਮੈਡੀਕਲ ਸਾਈਡਸ ਤੋਂ ਬਾਇਓਲੋਜੀਕਲ ਸਿਸਟਮ ਨੂੰ ਸਮਝਣ ਵਾਲੇ, ਸਾਡੀ ਜਿਹੜੀ ਬਾਇਓਕੈਮਿਸਟਰੀ ਹੈ, ਬਾਇਓ ਜਿਹੜਾ ਸਾਰਾ ਨਿਊਰੋਨ ਦਾ ਸਿਸਟਮ ਹੈ, ਨਿਊਰੋਲੋਜੀ ਹੈ, ਸਭ ਉਹਨਾਂ ਨੇ ਬ੍ਰੇਨ ਬਾਰੇ ਬਹੁਤ ਸਾਰੀਆਂ ਚੀਜ਼ਾਂ ਬਿਆਨ ਕੀਤੀਆਂ ਅਤੇ ਇਹ ਵੀ ਬਿਆਨ ਕੀਤਾ ਕਿ ਕੁਝ ਖਾਸ ਕਿਸਮ ਦੇ ਸਬਸਟੈਂਸ, ਕੈਮੀਕਲਸ, ਜਿਨ੍ਹਾਂ ਨੂੰ ਆਪਾਂ ਨਸ਼ੀਲੇ ਪਦਾਰਥ ਕਹਿ ਸਕਦੇ ਹਾਂ, ਨਸ਼ੇ ਕਹਿ ਸਕਦੇ ਹਾਂ, ਉਹਨਾਂ ਦੇ ਲਗਾਤਾਰ ਯੂਜ਼ ਕਰਨ ਦੇ ਨਾਲ, ਸੇਵਨ ਕਰਨ ਦੇ ਨਾਲ, ਇਸਤੇਮਾਲ ਕਰਨ ਦੇ ਨਾਲ ਸਾਡੇ ਬ੍ਰੇਨ ਦੇ ਕੁਝ ਹਿੱਸੇ ਜਿਹੜੇ ਨੇ ਉਹਨਾਂ 'ਤੇ ਪਰਮਾਨੈਂਟ ਇੰਪੈਕਟ ਪੈਂਦਾ। ਉਹਦੇ ਵਿੱਚ ਖਾਸ ਕਰਕੇ ਕੁਝ ਕੈਮੀਕਲ ਰਿਲੀਜ਼ ਕਰਨ ਵਾਲੇ ਹਿੱਸੇ ਨੇ, ਜਿਹਦੇ ਵਿੱਚੋਂ ਡੋਪਾਮਾਈਨ ਰਿਲੀਜ਼ ਹੁੰਦੀ ਹੈ। ਕੁਝ ਹਿੱਸੇ ਸਾਡੇ ਲਿੰਬਿਕ ਪਾਰਟ ਦੇ ਨਾਲ ਸਾਡੀ ਫੀਲਿੰਗ ਦਾ ਪਾਰਟ ਬਣਦੇ ਨੇ, ਜਿਹਦੇ 'ਚ ਯੂਫੋਰੀਆ ਆਉਂਦਾ ਹੈ। ਹੋਰ ਬਹੁਤ ਸਾਰੀਆਂ ਐਸੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ। ਇਨ ਬਿਨ ਕੁਝ ਜਿਹੜੇ ਖਾਸ ਕਰਕੇ ਸਬਸਟੈਂਸ ਨੇ, ਜਿਨ੍ਹਾਂ ਦੇ ਵਿੱਚ ਅਸੀਂ ਭੰਗ ਨੂੰ ਗਿਣਦੇ ਹਾਂ, ਧਤੂਰਾ ਆ ਜਾਂਦਾ ਹੈ ਇਸ ਕੈਟੇਗਰੀ ਦੇ ਵਿੱਚ। ਇਹਦੇ ਨਾਲ ਕੀ ਹੁੰਦਾ ਹੈ ਕਿ ਮਨੁੱਖ ਨੂੰ ਇਹਨਾਂ ਸਬਸਟੈਂਸ ਦੀ ਇੰਟਰਵੈਂਸ਼ਨ ਦੇ ਨਾਲ ਹੋਲੂਸੀਨੇਸ਼ਨ ਜੋ ਹੈ ਉਸ ਰੂਪ ਦੇ ਵਿੱਚ ਪ੍ਰਾਪਤ ਹੁੰਦੀ ਹੈ। ਸੋ ਉਹ ਜਿਹੜਾ ਹੋਲੂਸੀਨੇਸ਼ਨ ਦਾ ਕਨਸੈਪਟ ਆ, ਜਿਹਦੇ 'ਚ ਪੈਰਾਨੋਇਡਸ ਹੁੰਦੇ ਨੇ, ਜਿਹਦੇ 'ਚ ਚੀਜ਼ਾਂ ਇਸ ਤਰੀਕੇ ਦੇ ਨਾਲ ਬੰਦੇ ਨੂੰ ਸੁਣਦੀਆਂ, ਦਿਸਦੀਆਂ, ਸਭ ਹੁੰਦੀਆਂ, ਜਿਹੜਾ ਬ੍ਰੇਨ ਦਾ ਹਿੱਸਾ ਉਹਦੇ 'ਚ ਐਕਟਿਵਲੀ ਰੋਲ ਪਲੇ ਕਰਦਾ ਆ, ਉਸ ਦਾ ਨਾਂ ਵੀ ਬਾਇਓਲੋਜੀਕਲ ਵਰਲਡ ਦੇ ਵਿੱਚ ਆਨੰਦਾ ਮਾਈਂਡ ਰੱਖਿਆ ਗਿਆ। ਮਤਲਬ ਇਹ ਉਹ ਯੋਗੀ, ਉਹ ਮੌਂਕ, ਉਹਨਾਂ ਨੂੰ ਸਟੱਡੀ ਕਰਦੇ ਆ, ਉਹਨਾਂ ਦੇ ਸਾਰੇ, ਫਿਰ ਉਹਨਾਂ ਦੇ ਬ੍ਰੇਨ ਦੇ ਵਿੱਚ ਚੇਂਜਸ ਨੂੰ ਸਟੱਡੀ ਕਰਦੇ ਆ, ਕਿਹਾ ਗਿਆ ਇਹ ਚੀਜ਼ਾਂ ਜਿਹੜੀਆਂ ਨੇ ਆਨੰਦਾ ਮਾਈਂਡ ਆ। ਮਤਲਬ ਕਿਉਂਕਿ ਉਹ ਜਦੋਂ ਉਸ ਹੈਲੂਸੀਨੇਸ਼ਨ ਵਿੱਚ ਜਾਂਦੇ, ਉਸ ਸਭ ਚੀਜ਼ਾਂ ਨੂੰ ਮਤਲਬ ਜੋ ਹੈ ਨਹੀਂ ਉਹਦੀ ਕਲਪਨਾ ਕਰਦੇ, ਜੋ ਹੋ ਨਹੀਂ ਰਿਹਾ। ਸਪੋਜ਼ ਬੰਦੇ ਨੂੰ ਫੀਲ ਹੋ ਰਿਹਾ ਉਹ ਸਮਾਨ ਚ ਉੱਡ ਰਿਹਾ, ਬੈਠਾ ਤੇ ਚੇਅਰ ਤੇ ਹੈ, ਹੁਣੇ ਕੀ ਆ, ਉਹ ਕਹਿੰਦਾ ਤੁਹਾਨੂੰ ਕੋਈ ਪਤਾ ਨਹੀਂ ਗਾ, ਝੂਟੇ ਆ ਰਹੇ ਨੇ, ਆਹ ਕਿਆ ਬਾਤ ਬਣੀ ਪਈ ਹੈ। ਇਹ ਕੀ ਹੈ? ਹੈਲੂਸੀਨੇਸ਼ਨ। ਇਹ ਸਭ ਚੀਜ਼ਾਂ ਇਹ ਬਹੁਤ ਡਰਾਵਣੀਆਂ ਵੀ ਹੋ ਸਕਦੀਆਂ ਨੇ, ਕਾਈਂਡ ਆਫ ਨਾਈਟਮੇਅਰ। ਲੋਕਾਂ ਨੂੰ ਚੀਜ਼ਾਂ ਦਿਸਦੀਆਂ, ਭੂਤ ਦਿਸਦੇ, ਆਵਾਜ਼ਾਂ ਸੁਣਦੀਆਂ, ਇਹੋ ਜਿਹੀਆਂ ਚੀਜ਼ਾਂ ਹੁੰਦੀਆਂ। ਜਾਂ ਤੁਸੀਂ ਇਸ ਕਲਚਰ ਦੇ ਵਿੱਚ ਦੇਖਦੇ ਹੋ ਸਪਾਈਂਗ, ਬੱਚੇ ਕਿਉਂਕਿ ਇੰਟਰਨੈਟ ਦਾ ਦੌਰ ਆ, ਵੀਡੀਓਗ੍ਰਾਫੀ, ਇਹ ਸਭ ਚੀਜ਼ਾਂ 'ਤੇ ਦੇਖਿਆ ਜਾਂਦਾ ਆ, ਅਥਾਰਟੀਜ਼ ਦੇ ਨਾਲ ਇੰਟਰਵੈਂਸ਼ਨ ਹੁੰਦੀ ਹੈ, ਡਰ ਬੈਠਾ ਲੱਗਾ ਜਾਂਦਾ। ਇਹ ਸ਼ਬਦ ਅੱਗੇ ਜਾ ਕੇ ਬਿਆਨ ਕਰੇਗਾ ਇਸ ਚੀਜ਼ ਨੂੰ। ਸਭ ਜ਼ਿਕਰ ਕਰਦੇ, ਗੁਰਮੁਖੇ ਸੱਚ ਕਰਨੀ ਸਾਰੀ, ਬਿਨ ਸੇ ਭਰਮ ਭੈ ਝੂਠਾ ਰਾਮ। ਭਰਮ ਨੂੰ ਤੇ ਭੈ ਨੂੰ ਝੂਠ ਕਿਹਾ ਹੈ, ਪਰ ਝੂਠ ਨੂੰ ਸੱਚ ਮੰਨ ਲਿਆ, ਤੇ ਸੱਚ ਮੰਨ ਲਿਆ ਇਹ ਲੱਗਣ ਲੱਗ ਗਿਆ ਕਿ ਮੇਰੀ ਤੇ ਕੋਈ ਜਿਹੜਾ ਆ ਜਸੂਸੀ ਕਰ ਰਿਹਾ, ਸਪਾਈਂਗ ਹੋ ਰਹੀ ਹੈ, ਕੈਮਰੇ ਲੱਗੇ ਨੇ। ਤੁਸੀਂ ਅਕਸਰ ਇਹੋ ਜਿਹੀਆਂ ਚੀਜ਼ਾਂ ਸੁਣੀਆਂ ਹੋਣਗੀਆਂ। ਸਾਰਾ ਹੈਲੂਸੀਨੇਸ਼ਨ ਦਾ, ਪੈਰਾਨੋਇਡ ਦਾ ਪਾਰਟ ਆ। ਇਹਦੇ ਵਿੱਚ ਕਿਤੇ ਕਿਤੇ ਕੁਛ ਰੀਜ਼ਨ এনवायरमेंटल ਹੁੰਦੇ ਨੇ, ਜੈਨੇਟਿਕਲ ਹੁੰਦੇ ਨੇ, ਮੋਸਟਲੀ ਸਬਸਟੈਂਸ ਦੇ ਵਿੱਚੋਂ ਆਉਂਦੇ ਨੇ, ਉਧਰੋਂ ਆ ਰਹੇ ਸਾਰੇ। ਸੋ ਇਸ ਚੀਜ਼ ਨੂੰ ਨੈਗੇਟਿਵ ਵੇ ਦੇ ਨਾਲ ਲਿਆ ਜਾਏ, ਬੰਦਾ ਬਿਮਾਰ ਹੋ ਗਿਆ, ਸਾਡੇ ਉੱਥੇ ਖਾਸ ਕਰਕੇ ਇਹਨੂੰ ਓਪਰੀ ਕਸਰ ਹੋ ਗਈ, ਇਹਨੂੰ ਕੁਛ ਚੰਬੜ ਗਿਆ, ਇਹਨੂੰ ਕਿਸ ਕਿਸਮ ਦੀ ਚੀਜ਼ ਹੋ ਗਈ, ਤੇ ਲੋਕ ਇਹਦੇ ਸਾਰੇ ਦੇ ਵਿੱਚ ਓਝਿਆਂ ਕੋਲ ਲਿਜਾਂਦੇ, ਇਹੋ ਜਿਹੀਆਂ ਚੀਜ਼ਾਂ ਕਰਦੇ। ਆਪਨੇ ਦੇਖਿਆ ਹੋਵੇਗਾ ਸਾਰਾ ਮਜ਼ਮੇਕਾਰੀ। ਹੌਲੀ ਹੌਲੀ ਪਤਾ ਲੱਗਾ ਕਿ ਜਿਹੜੇ ਉੱਥੇ ਜਾ ਕੇ ਉਹ ਝਾੜਾ ਫੂਕਾ ਕਰਦੇ, ਉਹ ਗੁੱਗਲਾਂ ਵਗੈਰਾ ਪਾ ਕੇ ਉਹ ਧੂਣੀਆਂ ਦਿਖਾਉਂਦੇ, ਉਹਦਾ ਕਰਦੇ, ਹੁਣ ਪਤਾ ਲੱਗ ਰਿਹਾ ਕਿ ਐਕਚੁਅਲੀ ਇਹ ਨਹੀਂ, ਜਿਵੇਂ ਇੱਥੇ ਨੇਟਿਵ ਇੰਡੀਅਨ ਸਮੰਜਿੰਗ ਵਗੈਰਾ ਕਰਦੇ ਨੇ, ਉਹ ਸਮੰਜਿੰਗ ਵਗੈਰਾ ਦਾ ਪਾਰਟ ਆ,
ਜਾਂ ਉਹਦੇ ਨਾਲ ਇੱਕਦਮ ਲੰਗਸ ਦੇ ਵਿੱਚ ਕੋਈ ਕੈਮੀਕਲ ਇਨਹੇਲ ਹੁੰਦਾ ਆ, ਬਲੱਡ ਸਟਰੀਮ ਦੇ ਨਾਲ ਰਿਲੇਟ ਕਰਦਾ ਆ, ਉਹਨੂੰ ਕਾਮ ਕਰ ਦਿੰਦਾ ਆ, ਫਿਰ ਉਹ ਲਗਾਤਾਰ ਇਸ ਕਿਸਮ ਦੀਆਂ ਚੀਜ਼ਾਂ ਚੱਲਦੀਆਂ। ਜਾਂ ਕਿਤੇ ਕੁਝ ਲੋਕ ਖੇਡਣ ਲੱਗ ਜਾਂਦੇ, ਉਹ ਸਰੀਰਕ ਤੌਰ 'ਤੇ ਇੰਨੇ ਜ਼ਿਆਦਾ ਆਪਣੀ ਸਾਰੀ ਐਨਰਜੀ ਨੂੰ ਕਿਸੇ ਇੱਕ ਪਾਸੇ ਡਾਈਵਰਟ ਕਰ ਲੈਂਦੇ, ਫਿਰ ਸ਼ਾਂਤ ਹੋ ਜਾਂਦੇ। ਲੱਗਦਾ ਹੈ ਕੋਈ ਚੀਜ਼ਾਂ, ਇਹ ਸਾਰਾ ਅੱਜ ਤੇ ਪੂਰੀ ਸਟੱਡੀ ਦਾ ਪਾਰਟ ਬਣ ਚੁੱਕਾ ਆ। ਜਿਹੜੀ ਇਸ ਸਾਰੇ ਦੇ ਬਾਬਤ ਮੈਂ ਬਾਤ ਬਿਆਨ ਕਰ ਰਿਹਾ ਹਾਂ ਉਹ ਇਹ ਹੈ ਕਿ ਇਸ ਨੂੰ ਤੁਸੀਂ ਧਾਰਮਿਕ ਦੁਨੀਆ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਲੋਕੀ ਕਹਿੰਦੇ ਮੈਨੂੰ ਸੁਪਨੇ ਆ ਰਹੇ ਨੇ, ਮੈਨੂੰ ਰੱਬ ਦਿਸ ਰਿਹਾ ਆ, ਮੈਨੂੰ ਆਪਣੇ ਆਪ ਹੁਣ ਵਾਜੇ ਸੁਣਦੇ ਨੇ, ਛੈਣੇ ਸੁਣਦੇ ਨੇ, ਆਹ ਚੀਜ਼ਾਂ ਹੁੰਦੀਆਂ ਨੇ। ਇਹ ਸਭ ਦੇਖੋ, ਗੁਰਬਾਣੀ ਕ੍ਰਿਸਟਲ ਕਲੀਅਰ ਹੈ ਇਹਦੇ ਬਾਬਤ। ਗੁਰਬਾਣੀ ਕਹਿੰਦੀ ਹੈ ਬੰਦੇ ਨੂੰ ਧਰਤੀ 'ਤੇ 5 ਸੈਂਸਿਸ ਮਿਲੀਆਂ ਨੇ, ਜੋ ਕੁਝ ਵੀ ਮੰਨਣਾ ਇਹਨਾਂ ਦੇ ਨਾਲ ਮੰਨਣਾ ਹੈ ਅਤੇ ਰਿਐਲਿਟੀ ਦੇ ਵਿੱਚ ਮੰਨਣਾ ਆ। ਇੱਥੇ ਕੋਈ ਨਸ਼ਾ ਪੱਤਾ ਹੋ ਸਭ ਚੀਜ਼ਾਂ ਛਕ ਛਕਾ ਕੇ ਬੰਦਾ ਇਹੋ ਜਿਹੇ ਚੀਜ਼ਾਂ ਸੁਣਨ ਲੱਗ ਜਾਏ, ਜਾਂ ਕਿਸੇ ਖਾਸ ਆਈਡੀਓਲੋਜੀ ਦੇ ਵਿੱਚ, ਥਾਟਸ ਦੇ ਵਿੱਚ ਬੰਦੇ ਨੂੰ ਕੋਈ ਹਿਪਨੋਟਾਈਜ਼ ਕਰਕੇ ਉਸ ਅਵਸਥਾ ਵਿੱਚ ਲੈ ਆਏ ਜਿੱਥੇ ਕੁਝ ਹਿਪਨੋਸਿਸ ਜਿਹੜੇ ਹੈਗੇ ਨੇ ਉਹ ਉਹਨੂੰ ਰੋਲ ਪਲੇ ਕਰਨ ਲੱਗ ਜਾਣ, ਬੰਦਾ ਆਪਣੀ ਹੈਲਦੀ ਜਿਹੜੀ ਸਟੇਟ ਆਫ ਮਾਈਂਡ ਆ ਉਹ ਤੋਂ ਲੋਅਰ ਲੈਵਲ 'ਤੇ ਆ ਗਿਆ। ਇਹ ਕੋਈ ਧਰਮ ਨਹੀਂ ਗਾ, ਨਾ ਧਰਮ ਦੀ ਕੋਈ ਪ੍ਰਾਪਤੀ ਹੈ। ਧਰਮ ਦੀ ਪ੍ਰਾਪਤੀ ਤਾਂ ਮੈਂ ਬੀਤੇ ਕੱਲ੍ਹ ਵੀ ਬੇਨਤੀ ਕਰ ਰਿਹਾ ਸੀਗਾ, ਆਨੰਦ ਅਵਸਥਾ ਇਹ ਹੈ ਜਦੋਂ ਬੰਦੇ ਨੂੰ ਜੀਵਨ ਦੇ 'ਚ ਇੱਕ ਬੈਲੈਂਸ ਅਪਰੋਚ ਅਡੋਪਟ ਕਰਨੀ ਆਵੇ। ਹਾਲਾਤ, ਸਰਕਮਸਟਾਂਸਸ, ਸਭ ਚੀਜ਼ਾਂ ਉਹ ਭਾਵੇਂ ਬਹੁਤ ਖੁਸ਼ਨੁਮਾ ਜਾਂ ਬਹੁਤ ਦੁਖਨੁਮਾ ਹੋ ਜਾਣ, ਬੰਦਾ ਜ਼ਿੰਦਗੀ ਦੀ ਰੀਅਲ ਤਸਵੀਰ ਨੂੰ ਵੇਖੇ, ਉਹਦੇ ਅਕੋਰਡਿੰਗਲੀ ਅਪਰੋਚ ਅਡੋਪਟ ਕਰਦਾ ਲੱਗਾ ਜਾਏ। ਉਹ ਸਾਰੇ ਦੇ ਵਿੱਚ ਆਪਣੀ ਕੇਅਰ ਕਰੇ, ਆਪਣੇ ਆਲੇ ਦੁਆਲੇ ਦੀ ਕੇਅਰ ਕਰੇ। ਇਹ ਹੈ ਹੈਲਦੀ ਸਿਚੁਏਸ਼ਨ। ਬੰਦੇ ਨੂੰ ਮੁਸ਼ਕਿਲ ਆਏ ਰੋਟੀ ਭੁੱਲ ਜਾਏ ਖਾਣੀ, ਹੈਲਦੀ ਸਿਚੁਏਸ਼ਨ ਨਹੀਂ ਗੀ। ਬੰਦੇ ਨੂੰ ਮੁਸ਼ਕਿਲ ਆਏ ਨੀਂਦ ਆਉਣੀ ਭੁੱਲ ਜਾਏ, ਇਹ ਹੈਲਦੀ ਸਿਚੁਏਸ਼ਨ ਨਹੀਂ ਗੀ। ਬੰਦੇ ਨੂੰ ਕੋਈ ਚੈਲੰਜ ਆਏ, ਬੰਦੇ ਦਾ ਸਾਰੀ ਫਿਜ਼ੀਕਲ ਜਿਹੜੀ ਹੈ ਕੈਮੀਕਲ ਸਿਚੁਏਸ਼ਨ ਚੇਂਜ ਹੋ ਜਾਏ, ਬਲੱਡ ਉਹ ਪ੍ਰੈਸ਼ਰ ਵਧਣ ਲੱਗ ਜਾਏ, ਲੋ ਹੋਣ ਲੱਗ ਜਾਏ, ਸਭ ਇਹ ਹੈਲਦੀ ਸਿਚੁਏਸ਼ਨ ਨਹੀਂ ਹੈ। ਇਹ ਜਿਹੜੀ ਚੀਜ਼ ਆ ਇਹ ਸੈਲਫ ਕਿਲਿੰਗ ਆ। ਫਿਰ ਇਕੱਲੀ ਇਹ ਨਹੀਂ, ਫਿਰ ਬਾਹਰ ਵੀ ਹੈ, ਡਰੇ ਹੋਏ ਲੋਕ ਬਾਹਰ ਹੋਰਾਂ ਦਾ ਨੁਕਸਾਨ ਕਰਦੇ, ਸਭ ਚੀਜ਼ਾਂ ਕਰਦੇ। ਗੁਰੂ ਬਾਬਾ ਜੀ ਕਹਿੰਦੇ ਆਨੰਦ ਅਵਸਥਾ। ਆਨੰਦ ਅਵਸਥਾ ਇਹ ਹੈ ਅਸਲੀਅਤ, ਸੱਚਾਈ ਦੇ ਵਿੱਚ ਰਹਿਣਾ, ਰਿਐਲਿਟੀ ਦੇ ਨੇੜੇ ਰਹਿਣਾ। ਹਾਂ, ਐਥੀਕਲੀ ਸਟਰੋਂਗ ਹੋਣਾ ਆ, ਐਥਿਕਸ ਵਿੱਚ ਸਟਰੋਂਗ ਹੋਣਾ ਆ। ਉਹਦੇ ਅੰਦਰ ਚੈਲੰਜਸ ਆਉਣਗੇ, ਆਪਣੇ ਆਪ ਨੂੰ ਦੱਸ ਕੇ, ਸਮਝਾ ਕੇ, ਇਹ ਅਹਿਸਾਸ ਕਰਕੇ। ਹਰ ਚੀਜ਼ ਦੀ ਇੱਕ ਫੀਸ ਹੁੰਦੀ ਹੈ ਜੀ। ਕਈ ਵਾਰ ਫੀਸ ਤੁਸੀਂ ਸਾਹਮਣੇ ਪੇ ਕਰਦੇ ਹੋ। ਆਪਾਂ ਤਾਂ ਕੈਨੇਡਾ 'ਚ ਰਹਿੰਦੇ ਹਾਂ, ਸਾਨੂੰ ਤਾਂ ਪੂਰੀ ਤਰ੍ਹਾਂ ਸਮਝਾਇਆ ਜਾਂਦਾ ਹੈ ਕਿ ਨਥਿੰਗ ਇਜ਼ ਫਰੀ ਇਨ ਦਿਸ ਕੰਟਰੀ ਔਰ ਇਨ ਦਿਸ ਕਲਚਰ। ਜਿਹੜੀ ਤੁਹਾਨੂੰ ਚੀਜ਼ ਫਰੀ ਆਫ ਕਾਸਟ ਵੀ ਲੱਗਦੀ ਹੈ ਨਾ ਕਿ ਫਰੀ ਹੈ, ਐਕਚੁਅਲੀ ਜਿਹੜੀ ਹਿਡਨ ਕਾਸਟ ਹੈ ਉਹ ਬੜੀ ਹਾਈ ਹੈ ਉਹਦੇ ਵਿੱਚ। ਅਸੀਂ ਕਈ ਵਾਰ ਉਹਦਾ ਅਹਿਸਾਸ ਨਹੀਂ ਕਰਦੇ। ਜਿਵੇਂ ਸਪੋਜ਼ ਕਰੋ ਕਿਸੇ ਲੈਵਲ 'ਤੇ ਵੀ ਦੇਖ ਲਵੋ ਤੁਸੀਂ, ਹਾਲਾਂਕਿ ਇਹ ਆਪਣਾ ਇਹੀ ਕਲਚਰ ਜਿਹੜਾ ਆ ਇਹ ਸਭ ਕੁਝ ਪੜ੍ਹਾਉਂਦਾ, ਰਿਪੀਟ ਕਰਦਾ, ਕਈ ਵਾਰੀ ਆਪਣੀ ਹੀ ਉਸ ਐਜੂਕੇਸ਼ਨ ਨੂੰ ਭੁੱਲਦਾ ਤੁਰਿਆ ਲੱਗਾ ਜਾਂਦਾ ਆ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਇਹ 'ਚ ਕਰ ਦੇਵਾਂ। ਸਾਡੇ ਬਹੁਤ ਨਾਮਵਰ ਸਾਈਕੋਲੋਜਿਸਟ ਹੈਗੇ ਨੇ ਇੰਗਲੈਂਡ ਦੇ ਵਿੱਚ, ਇੱਕ ਵਾਰੀ ਬਿਆਨ ਕਰਦੇ, ਉਹ ਕਹਿੰਦੇ ਕਿ ਅਸੀਂ ਸੋਸ਼ਲ ਅਤੇ ਇੰਡਸਟਰੀਅਲ ਸਾਈਕੋਲੋਜੀ ਦੇ ਵਿੱਚ ਕੁਝ ਚੀਜ਼ਾਂ ਪੜ੍ਹ ਰਹੇ ਸੀਗੇ ਅਤੇ ਉਹਦੇ 'ਚ ਕੁਛ ਚੀਜ਼ਾਂ ਪਤਾ ਲੱਗਾ ਕਿ ਕੁਝ ਐਸੇ ਪ੍ਰੋਡਕਟਸ ਨੇ ਜਿਹੜੇ ਯੂਰਪ ਦੇ ਵਿੱਚ ਬਣਦੇ ਨੇ, ਖਾਸ ਕਰਕੇ ਵੱਡੀਆਂ ਮਸ਼ੀਨਾਂ, ਜਿਹੜੇ ਜਿਹਨੂੰ ਕਹਿ ਲਓ ਕਿ ਹੈਵੀ ਡਿਊਟੀ ਇਕੁਇਪਮੈਂਟਸ ਜਿਹੜੀਆਂ ਹੁੰਦੀਆਂ ਨੇ ਉਸ ਕਿਸਮ ਦੇ ਨਾਲ, ਉਹਨਾਂ ਦੀ ਬਣਾਉਣ ਦੀ ਬੜੀ ਕਾਸਟ ਆਉਂਦੀ, ਲੇਬਰ 'ਤੇ ਵੀ, ਉਹਨਾਂ ਦੇ ਮਟੀਰੀਅਲ 'ਤੇ ਵੀ, ਇੰਜੀਨੀਅਰਿੰਗ 'ਤੇ ਵੀ, ਸਾਰੇ 'ਤੇ। ਖੈਰ ਸਪੋਜ਼ ਕਰੋ ਉਹਦੀ ਪ੍ਰਾਈਜ਼ $10 ਆ। ਇੱਕਦਮ ਕੀ ਹੋਇਆ ਕਿ ਚਾਈਨਾ ਨੇ ਸੇਮ ਇਕੁਇਪਮੈਂਟ ਸਾਰੇ ਉਹ ਜਿਹੜਾ ਫੰਕਸ਼ਨਸ ਦੇ ਨਾਲ, ਸਭ ਚੀਜ਼ਾਂ ਦੇ ਨਾਲ, ਉਹ $5 ਦਾ ਸੈੱਲ ਕਰਨਾ ਸ਼ੁਰੂ ਕਰ ਦਿੱਤਾ। ਹੁਣ $10 ਦੇ ਸਾਹਮਣੇ $5, ਡੈਫੀਨੇਟਲੀ $10 ਕੌਣ ਪੇ ਕਰਨਾ ਚਾਹੇਗਾ? $5 ਜਿਹੜਾ ਲੋਕੀ ਬਾਏ ਕਰਨਗੇ। ਹੋ ਗਿਆ ਸ਼ੁਰੂ। ਜਿਹੜੀਆਂ ਕੰਪਨੀਆਂ ਬਣਾਉਂਦੀਆਂ ਸੀਗੀਆਂ ਉਹਨਾਂ ਨੂੰ ਪਰਕ ਦੇ ਦਿੱਤੇ। ਉਹਨਾਂ ਨੂੰ ਕਿਹਾ ਗਿਆ ਤੁਸੀਂ ਆਪਣੇ ਪ੍ਰੋਫਿਟ ਦੀ ਚਿੰਤਾ ਨਾ ਕਰੋ, ਤੁਸੀਂ ਸਾਡੇ ਵਾਸਤੇ ਕੰਪੀਟੀਟਰ ਬਣਨ ਦੀ ਲੋੜ ਨਹੀਂ ਤੁਹਾਨੂੰ, ਤੁਸੀਂ ਵੀ ਕਮਾਓ,
ਤੁਹਾਨੂੰ ਅਸੀਂ ਕਹਿੰਦੇ ਹਾਂ ਤੁਸੀਂ ਵੀ $5 ਦਾ ਸੈੱਲ ਕਰੋ, ਸਾਡੇ ਕੋਲੋਂ $3 ਦਾ ਲੈ ਲਓ। ਥਿੰਕ ਅਬਾਊਟ ਇਟ। ਹੁਣ ਤੇ ਗੱਲ ਬਣ ਗਈ। ਉਹਨਾਂ ਕਿਹਾ ਛੱਡੋ ਪਰਾਂ ਬਣਾਉਣ ਦਾ ਸਿਆਪਾ, ਬਸ ਤੁਸੀਂ ਸਾਡਾ ਲੋਗੋ ਲਾ ਦਿਓ, ਅਸੀਂ ਵੀ ਇੱਥੇ ਲੈ ਆਉਂਦੇ ਹਾਂ। ਲਓ ਜੀ, ਗੱਲ ਸ਼ੁਰੂ ਹੋ ਗਈ। ਇੱਕ ਪਾਸੇ ਉਹਨਾਂ ਦੇ ਵੇਅਰ ਹਾਊਸ $5 ਦਾ ਵੇਚ ਰਹੇ ਨੇ, ਦੂਸਰੇ ਪਾਸੇ ਸਟੈਬਲਿਸ਼ ਜਿਹੜੇ ਕੰਪਨੀਆਂ ਰੀਟੇਲਰਸ ਨੇ ਉਹ ਵੀ $5 ਦਾ ਵੇਚ ਰਹੀਆਂ ਨੇ, ਬਣਾ ਉਹ ਰਹੇ ਨੇ। ਹੁਣ ਉਹਨਾਂ ਦੀ ਐਂਡ ਐਕਚੁਅਲੀ ਜਿਹੜੀ ਹੈ ਇਸ ਸਾਰੇ ਦੇ ਪਿੱਛੇ ਐਂਡ ਗੋਲ ਕੀ ਹੈ? ਐਂਡ ਗੋਲ ਇਹ ਹੈ ਕਿ ਇੱਕ ਦਿਨ ਇਹ ਸਾਰੇ ਬਣਾਉਣ ਵਾਲਾ ਇਨਫਰਾਸਟਰਕਚਰ ਖਤਮ ਕਰ ਲੈਣਗੇ, ਟੈਕਨੋਲੋਜੀ ਖਤਮ ਹੋ ਜਾਏਗੀ, ਉਹ ਸਾਰਾ ਕਲਚਰ ਖਤਮ ਹੋ ਜਾਏਗਾ, ਫਿਰ ਸਿਰਫ ਅਸੀਂ ਰਹਿ ਜਾਵਾਂਗੇ, ਮੋਨੋਪੋਲੀ ਹੋਏਗੀ ਦੁਨੀਆ 'ਚ। ਫਿਰ ਕਿਤੇ ਸਾਡੇ ਕੋਲ ਆਉਣਗੇ। ਅਸੀਂ ਇਸ ਪ੍ਰਾਈਜ਼ ਜਿਹੜੀ ਹੈ ਅਸੀਂ ਹੁਣ ਇਨਵੈਸਟ ਕਰ ਰਹੇ ਹਾਂ, ਦੈਨ ਵੀ ਗੋਨਾ ਮੇਕ ਮਨੀ। ਇਹ ਸਾਈਕੋਲੋਜੀ ਹੈ। ਹਰ ਚੀਜ਼ ਦੀ ਇੱਕ ਪ੍ਰਾਈਜ਼ ਹੈ ਜੀ, ਇਹ ਪੇ ਕਰਨੀ ਪੈਂਦੀ ਹੈ। ਭਾਵੇਂ ਮਤਲਬ ਉਸ ਵਕਤ ਪੇ ਕਰ ਦਿਓ, ਭਾਵੇਂ ਬਹੁਤ ਲੇਟ ਜਾ ਕੇ ਉਸ ਚੀਜ਼ ਦੀ ਪ੍ਰਾਈਜ਼ ਪੇ ਕਰੋ। ਹੁਣ ਮੈਂ ਬਾਤ ਜਿਹੜੀ ਸਿੰਪਲ ਲੈਵਲ ਤੇ ਕਰ ਰਿਹਾ। ਕਈ ਵਾਰ ਸੋਸਾਇਟੀ ਦੇ ਵਿੱਚ ਐਥਿਕਸ ਮਰਦੇ ਨੇ। ਐਥਿਕਸ ਜਦੋਂ ਮੈਂ ਬਾਤ ਕਰ ਰਿਹਾ, ਬੰਦੇ ਦੇ ਗੁਣਾਂ ਦੀ ਗੱਲ ਹੋ ਰਹੀ ਹੈ। ਸਾਰੀ ਧਰਮ ਗੁਣਾਂ ਤੇ ਖੜਾ, ਗੁਣ ਹੀ ਕਮਾਉਣ ਦੀ ਗੱਲ ਧਰਮ ਆ। ਗੁਣਾਂ ਦੇ ਵਿੱਚ ਕੁਝ ਗੁਣ ਲੈ ਲਓ, ਕਰੇਜ, ਦਲੇਰੀ, ਮਤਲਬ ਬੰਦੇ 'ਚ ਹਿੰਮਤ ਹੋਏ, ਸੱਚ ਬੋਲੇ, ਸਹੀ ਬੋਲੇ, ਗਲਤ ਸਹੀ ਦੇ ਉੱਤੇ ਖੜ ਸਕੇ, ਇਸ ਕਿਸਮ ਦੇ ਨਾਲ। ਕੰਪੈਸ਼ਨ, ਦਇਆ, ਮਤਲਬ ਬੰਦੇ 'ਚ ਥੋੜ੍ਹੀ ਦਇਆ ਦਾ ਭਾਵ ਹੋਏਗਾ, ਕਿਸੇ ਨਾਲ ਧੱਕਾ ਨਹੀਂ ਕਰੇਗਾ, ਕੋਈ ਧੱਕਾ ਕਰੇਗਾ ਉਹਨੂੰ ਰੋਕੇਗਾ ਵੀ। ਇਹੋ ਜਿਹੀਆਂ ਚੀਜ਼ਾਂ ਬੰਦੇ ਨੂੰ ਲੱਗੇ ਇਹ ਟਾਈਮ ਨਹੀਂਗਾ ਕਿ ਮੈਂ ਤਰਸ ਵਿਖਾਵਾਂ, ਕਿਉਂਕਿ ਤਰਸ ਵਿਖਾਇਆ ਤਗੜੇ ਬੰਦੇ ਦਾ ਮੇਰੇ ਤੇ ਕਹਿਰ ਟੁੱਟ ਸਕਦਾ ਹੈ। ਇਸ ਕਰਕੇ ਆਪਾਂ ਕਿਉਂ ਥੋੜ੍ਹਾ ਜਿਹਾ ਨੁਕਸਾਨ ਕਰਨਾ, ਅੱਖਾਂ ਬੰਦ ਕਰ ਲੈਂਦੇ ਹਾਂ। ਆਪਾਂ ਨੂੰ ਕਿਹੜਾ ਕੋਈ ਕੁਛ ਕਹਿ ਰਿਹਾ ਹੈਗਾ, ਕਿਸੇ ਹੋਰ ਨੂੰ ਹੀ ਕਹਿ ਰਿਹਾ ਨਾ, ਆਪਾਂ ਅੱਖਾਂ ਬੰਦ ਕਰ ਲੈਂਦੇ ਹਾਂ। ਠੀਕ ਹੈ ਜੀ, ਆਪਣਾ ਤੇ ਫਾਇਦਾ ਹੋ ਗਿਆ। ਲੌਂਗ ਰਨ ਦੇ ਵਿੱਚ ਕੀ ਹੋਏਗਾ? ਜ਼ਾਲਮ ਵਧਣਗੇ, ਜ਼ੁਲਮ ਵਧੇਗਾ, ਫਿਰ ਆਉਣ ਵਾਲੀਆਂ ਜਨਰੇਸ਼ਨਸ ਉਹਦੀ ਪ੍ਰਾਈਜ਼ ਪੇ ਕਰਨਗੀਆਂ। ਗੁਰੂ ਸਾਹਿਬ ਨੇ ਸਿਖਾਇਆ ਇਸ ਚੀਜ਼ ਨੂੰ। ਬੰਦੇ ਨੂੰ ਕਿਹਾ, ਬੰਦੇ ਜਿਹੜੀ ਅੱਜ ਚੀਜ਼ ਖੁਸ਼ੀ ਦੀ ਲੱਗ ਰਹੀ ਹੈ ਨਾ, ਇਹ ਲੌਂਗ ਰਨ 'ਚ ਦੁੱਖ ਦੇਗੀ। ਅੱਜ ਹੀ ਇਹਦੇ ਤੇ ਪ੍ਰਾਈਜ਼ ਪੇ ਕਰ, ਅੱਜ ਹੀ ਇਹਦੇ ਵਾਸਤੇ ਐਫਰਟ ਪਾ, ਅੱਜ ਹੀ ਯਤਨ ਕਰ, ਅੱਜ ਹੀ ਪ੍ਰਯਾਸਰਤ ਹੋ। ਇਹ ਚੀਜ਼ਾਂ ਜਦੋਂ ਨਹੀਂ ਹੁੰਦੀਆਂ ਲਗਾਤਾਰ ਸਮੇਂ ਦੇ ਵਿੱਚ, ਫਿਰ ਹਾਇਰ ਲੈਵਲ ਤੇ ਜਾ ਕੇ, ਜਿਹੜੀ ਬਾਤ ਵੀ ਤੇ ਕੱਲ ਅਸੀਂ ਸ਼ਹਾਦਤਾਂ ਦੀ ਕਰ ਰਹੇ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੜੀ ਦੀ ਸਾਰੀ ਬਾਤ। ਐਕਚੁਅਲੀ ਜਿਸ ਸੁਸਾਇਟੀ ਨੇ ਸਦੀਆਂ ਤੋਂ ਉਸ ਸਾਰੇ ਜ਼ੁਲਮ ਨੂੰ ਹੋਣ ਦਿੱਤਾ, ਜ਼ੁਲਮ ਦੇ ਈਵਨ ਪੱਖ 'ਚ ਭੁਗਤਦੇ ਰਹੇ, ਤੇ ਉਸ ਵਕਤ ਵੀ ਭੁਗਤ ਰਹੇ ਨੇ। ਉਸ ਵਕਤ ਅਸੀਂ ਦੇਖਦੇ ਹਾਂ ਸੁੱਚਾਨੰਦ ਭੁਗਤ ਰਿਹਾ, ਸ਼ਰੇਆਮ ਭੁਗਤ ਰਿਹਾ। ਇਹੋ ਜਿਹੇ ਸਾਰੇ ਰੂਪ ਨੇ। ਪਰ ਹਾਂ, ਇਹ ਸਭ ਕਰਦਿਆਂ ਹੋਇਆਂ ਮਹਾਰਾਜ ਨੇ ਬਿਆਨ ਕੀਤਾ, ਅਸਲ ਆਨੰਦ ਦੀ ਅਵਸਥਾ ਤੱਕ ਜਾਣਾ ਆ। ਆਨੰਦ ਦੀ ਅਵਸਥਾ ਕੀ ਹੈ? ਸੱਚ ਤੇ ਪਹਿਰਾ ਦੇਣਾ ਆ, ਹਕੀਕਤ ਤੇ ਪਹਿਰਾ ਦੇਣਾ ਆ। ਵਕਤੀ ਤੌਰ ਤੇ ਪੇਨ ਵੀ ਹੋਏਗੀ, ਦੁੱਖ ਵੀ ਹੋਏਗਾ, ਤਕਲੀਫ ਵੀ ਹੋਏਗੀ, ਪਰ ਹਿਰਦੇ ਘਰ ਦੇ ਵਿੱਚ ਦੂਰ ਚੀਜ਼ ਦਿਸ ਰਹੀ ਹੈ। ਇਹ ਦਿਸ ਰਹੀ ਹੈ ਕਿ ਇਹਦੇ ਵਿੱਚ ਸਮਾਜਿਕ ਸੁੱਖ ਹੈ, ਇਹਦੇ ਵਿੱਚ ਮਾਨਵਤਾ ਦਾ ਸੁੱਖ ਹੈ, ਇਹਦੇ ਵਿੱਚ ਆਉਣ ਵਾਲੀਆਂ ਜਨਰੇਸ਼ਨਸ ਦਾ ਭਲਾ ਹੈ। ਠੀਕ ਹੈ ਭਾਈ, ਕਰਦੇ ਹਾਂ। ਇਹ ਆਨੰਦ ਅਵਸਥਾ ਹੈ, ਇਹ ਪ੍ਰੈਕਟੀਕਲ ਲੈਵਲ ਆ। ਪਰ ਇਸ ਦੇ ਬਾਬਤ ਜਿਹੜਾ ਸਾਡਾ ਰੈਸ਼ਨਲ ਮਾਈਂਡ ਆ, ਉਹ ਮੋਸਟਲੀ ਹੈਲਪ ਨਹੀਂ ਕਰਦਾ। ਉਹ ਕਈ ਵਾਰ ਇਸ ਸਾਰੇ ਤੋਂ ਕਹਿੰਦਾ ਹੈ ਵੀ ਇਟਸ none of my business, why I have to suffer, why I have to actually do something which people don't want to do it. So that's why ਲੋਕ ਜਿਹੜੇ ਨੇ ਸੈਲਫਿਸ਼ ਹੋ ਜਾਂਦੇ। ਫਿਰ ਬਾਣੀ ਕਹਿੰਦੀ ਸੈਲਫਲੈਸ ਸੁਖਿਆ, ਉਹ ਬੰਦਾ ਕਹਿੰਦੇ ਨੇ ਸੈਲਫਿਸ਼ ਹੋਣਾ ਸੁਖਿਆ। ਇੱਥੇ ਫਿਰ ਜਾ ਕੇ ਇੱਕ ਡੁਐਲਿਟੀ ਵੀ ਕ੍ਰੀਏਟ ਹੁੰਦੀ ਹੈ। ਪਰ ਇਸ ਨੂੰ ਕਲੀਅਰ ਕਰਨ ਵਾਸਤੇ ਫਿਰ ਕੋਈ ਹਾਇਰ ਲੈਵਲ ਦਾ ਸਕੂਲ ਹੋਏ, ਹਾਇਰ ਲੈਵਲ ਦਾ ਸਕੂਲ ਆਫ ਥਾਟ ਹੋਏ, ਉਹ ਮਦਦ ਕਰਦਾ ਸਾਰੇ ਦੇ ਵਿੱਚ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਆਨੰਦਾ ਵਜਹ ਨਿਤ ਵਾਜੇ। ਇਹੋ ਜਿਹੇ ਆਨੰਦਿਤ ਕਰਨ ਵਾਲੇ ਵਾਜੇ ਮੇਰੇ ਅੰਦਰ ਵੱਜ ਰਹੇ ਨੇ। ਭਾਵ ਸਹੀ ਤਸਵੀਰ ਦਿਸਣੀ ਸ਼ੁਰੂ ਹੋ ਗਈ ਹੈ। ਨਾਲ ਹੀ
ਅੱਜ ਹੋਲੇ ਮਹੱਲੇ ਦੀ ਬਾਤ ਵੀ ਕਰਦੇ ਹਾਂ ਆਪਾਂ, ਕਿਉਂਕਿ ਭਾਰਤੀ ਖਿੱਤੇ ਦੇ ਵਿੱਚ ਤਿਉਹਾਰਾਂ ਦੀ ਇੱਕ ਬੜੀ ਵੱਡੀ ਹਿਸਟਰੀ ਵੀ ਹੈ, ਮਿਥਿਕ ਤੌਰ 'ਤੇ ਵੀ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਸਭ ਕਲਚਰਲ ਸਾਈਡ ਤੋਂ ਬੜੇ ਰੰਗ ਉਹਦੇ 'ਚ ਮੌਜੂਦ ਨੇ। ਇਹਦੇ 'ਚ ਇਹ ਹੈ ਕਿ ਹੋਲੀ ਦਾ ਇੱਕ ਪੁਰਾਣਾ ਰੂਪ ਤੁਹਾਨੂੰ ਦਿਸਦਾ ਸਾਰਾ ਉਸ ਤਰੀਕੇ ਨਾਲ, ਪ੍ਰਹਿਲਾਦ, ਉਹਦੇ ਖਾਨਦਾਨ ਦੀ ਗੱਲ, ਸਭ ਚੀਜ਼ ਮਿਲਦੀ ਹੈ। ਗੁਰਬਾਣੀ ਦੇ ਵਿੱਚ ਵੀ ਪ੍ਰਹਿਲਾਦ ਦਾ ਜ਼ਿਕਰ ਹੈ, ਹਰਨਾਕਸ਼ ਦਾ ਜ਼ਿਕਰ ਹੈ, ਸਭ ਜ਼ਿਕਰ ਆਪ ਤਾਂ ਤੁਹਾਨੂੰ ਪ੍ਰਾਪਤ ਹੋ ਜਾਂਦੀ ਹੈ। ਮਗਰ ਖੁਸ਼ੀ ਦੇਖੋ, ਫਿਰ ਇਸ ਨੂੰ ਦੇਖ ਲੈਣਾ, ਮਤਲਬ ਇੱਕ ਘਰ ਦੇ ਵਿੱਚ ਦੀਵੇ ਬਲ ਰਹੇ ਨੇ, ਕਿਲਕਾਰੀਆਂ ਵੱਜ ਰਹੀਆਂ ਨੇ, ਖੁਸ਼ੀਆਂ ਦੇ ਵਾਜੇ ਵੱਜ ਰਹੇ ਨੇ, ਆਲੇ ਦੁਆਲੇ ਦੂਸਰੇ ਘਰਾਂ ਦੇ ਵਿੱਚ ਉੱਥੇ ਦੁੱਖ ਆ, ਉੱਥੇ ਭੁੱਖ ਆ, ਉੱਥੇ ਲੋਕਾਂ ਦੀ ਹਾਲਤ ਤਰਸ ਤੋਂ ਵੀ ਪੱਧਰ ਬਣ ਗਈ ਹੈ, ਵੀ ਤਰਸ ਵੀ ਕਿਸ ਤੇ ਕਰਦਾ ਮਨੁੱਖ ਤੇ, ਉੱਥੇ ਤੇ ਉਹਨਾਂ ਨੂੰ ਤਰਸ ਤੱਕ ਤਾਂ ਸਮਝ ਨਹੀਂ ਰਹਿ ਗਈ। ਇਹ ਸਭ ਸੁਸਾਇਟੀ ਦੇ ਵਿੱਚ ਫਿਰ ਖੁਸ਼ੀ ਥੋੜ੍ਹਾ ਰਹੇਗੀ। ਜਿਹੜਾ ਅਸੀਂ ਫਿਊਡਲ ਸਿਸਟਮ ਦੇਖਦੇ ਹਾਂ ਸਾਰੇ ਦਾ ਸਾਰਾ, ਜ਼ਗੀਰਦਾਰੀ ਨਿਜ਼ਾਮ, ਉਹਦੇ 'ਚ ਇਹ ਸਭ ਚੀਜ਼ਾਂ ਮੌਜੂਦ ਸੀਗੀਆਂ। ਅਤੇ ਜਿਹੜਾ ਇੱਕ ਐਲੀਟ ਸੀਗਾ, ਉਹ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੈ, ਕਿਸੇ ਖਾਸ ਵਿਸ਼ਵਾਸ ਨਾਲ ਸੰਬੰਧ ਰੱਖਦਾ ਹੈ, ਉਹ ਸਭ ਐਲੀਟ ਦਾ ਹਿੱਸਾ, ਤਾਂ ਉਹ ਐਲੀਟ ਲੋਕਾਂ ਦਾ ਨੁਕਸਾਨ ਕਰ ਰਿਹਾ ਹੈ। ਉਹਦੇ ਕੋਲ ਰਿਸੋਰਸਿਸ ਨੇ, ਫਾਈਨੈਂਸ਼ੀਅਲ ਰਿਸੋਰਸਿਸ ਉਹਦੇ ਕੋਲ ਨੇ, ਉਹਦੇ ਕਰਕੇ ਉਹ ਫਿਰ ਦੂਸਰੇ ਜਿਹੜੇ ਕਹਿ ਲਓ ਕਿ ਹਿਊਮਨ ਰਿਸੋਰਸਿਸ ਵੀ ਪੈਦਾ ਕਰਦਾ ਆ, ਜਿਹਦੇ 'ਚ ਫੌਜਾਂ ਨੇ, ਸਿਸਟਮ ਹੈ, ਨਿਜ਼ਾਮ ਹੈ, ਸਭ ਚੀਜ਼ਾਂ। ਹੁਣ ਆਪ ਇਹ ਦੇਖੋ ਕਿ ਉਸ ਨਿਜ਼ਾਮ ਨੂੰ ਬਦਲਣ ਵਾਸਤੇ ਜਾਂ ਤਾਂ ਬੰਦਾ ਇਹ ਹੈ ਵੀ ਪ੍ਰੇਅਰਸ ਕਰੀ ਜਾਏ, ਪ੍ਰਾਰਥਨਾਵਾਂ ਕਰੀ ਜਾਏ ਵੀ ਰੱਬਾ ਸੁਣੀ ਆ ਕੇ ਕਦੀ, ਬਾਣੀ ਕਹਿੰਦੀ ਉਹ ਤੇਰੇ 'ਚ ਵਿਚਰਦਾ, ਤੇਰੇ ਵਿੱਚ ਮੌਜੂਦ ਆ, ਪਰ ਮੇਰੇ ਵਿੱਚ ਮੌਜੂਦ ਆ, ਅਤੇ ਮੈਂ ਤਬਦੀਲੀ ਕਿਵੇਂ, ਬਦਲਾਅ ਕਿਵੇਂ ਲੈ ਕੇ ਆਵਾਂਗਾ। ਜਿਵੇਂ ਤੁਸੀਂ ਜੇ ਅੰਗਰੇਜ਼ੀ ਦੇ ਕੁਝ ਜਿਹੜੇ ਖਾਸ ਕਰਕੇ ਜਿਵੇਂ ਥ੍ਰੈਸ਼ ਜਿਹੜੇ ਹੁੰਦੇ ਨੇ, ਡਿਕਸ਼ਨਰੀਜ਼ ਕਾਇੰਡ ਆਫ ਚੀਜ਼ਾਂ ਹੁੰਦੀਆਂ ਨੇ, ਉਹਨਾਂ ਨੂੰ ਜਾ ਕੇ ਦੇਖੋਗੇ ਤੁਸੀਂ ਐਨਸਾਈਕਲੋਪੀਡੀਆ ਸਾਈਟ ਤੋਂ, ਅਤੇ ਉਹ ਕਈ ਵਾਰੀ ਬੜੇ ਡਿਫਰੈਂਟ ਵੇ ਨਾਲ ਐਕਸਪਲੇਨ ਵੀ ਕਰਦੇ ਚੀਜ਼ਾਂ। ਜਿਵੇਂ ਅਸੀਂ ਕੁਝ ਕੰਮ ਹੁੰਦਾ ਤਾਂ ਉਹਨੂੰ ਕਹਿੰਦੇ ਹਾਂ ਇਟਸ ਇੰਪੋਸੀਬਲ, ਇਹ ਹੋ ਨਹੀਂ ਸਕਦਾ। ਉਹਦੀ ਵਿਆਖਿਆ 'ਚ ਇੱਕ ਜਗ੍ਹਾ ਲਿਖਦੇ if we only pay toward the spelling of this word, then we can easily find out what kind of sense or message this specific word is delivering. ਉਹ ਕਹਿੰਦੇ which we are reading impossible, if we try to just ਉਸ ਨੂੰ ਅਸੀਂ ਸੈਪਰੇਟ ਕਰਕੇ ਦੇਖੀਏ ਤਾਂ ਕੀ ਹੋਏਗਾ, ਪਹਿਲਾ ਵਰਡ I ਹੈ, then second word M ਹੈ, then possible ਕੱਲਾ ਪੜ੍ਹ ਦਿਓ, that word itself is saying you think it's impossible but I am possible। ਮਤਲਬ ਪੋਸੀਬਿਲਿਟੀ ਹਰ ਚੀਜ਼ 'ਚ ਮੌਜੂਦ ਹੈ। ਜਦੋਂ ਗੁਰੂ ਨਾਨਕ ਸਾਹਿਬ ਇਹ ਦੇਖਦੇ ਸਮਾਜ ਦੀ ਇਤਨੀ ਹਾਲਤ ਪਤਲੀ ਕਿਉਂ ਹੈ, ਕਿਉਂ ਸਮਾਜ 'ਚ ਸਲੇਵਰੀ ਹੈ, ਗੁਲਾਮੀ ਹੈ, ਇਹ ਸਭ ਚੀਜ਼ਾਂ ਚੱਲ ਰਹੀਆਂ ਨੇ, ਕਿਉਂਕਿ ਸਮਾਜ ਆਪਣੇ ਹੱਕਾਂ ਲਈ ਨਹੀਂ ਖੜ ਰਿਹਾ। ਉੱਥੇ ਤਿੰਨ ਚੀਜ਼ਾਂ ਦੀ ਲੈਕਿੰਗ ਹੈ। ਪੋਸੀਬਲ ਤਾਂ ਹੈ, ਸਭ ਬਦਲਿਆ ਜਾ ਸਕਦਾ ਹੈ। ਨੰਬਰ ਇੱਕ ਚੀਜ਼, ਸਮਾਜ ਦੇ ਕੋਲ ਕੋਈ ਵਿਜ਼ਨ ਨਹੀਂਗਾ ਜਿਹਦੇ 'ਚੋਂ ਪਲਾਨਿੰਗ ਨਿਕਲਦੀ ਹੈ। ਹੁਣ ਵਿਜ਼ਨ ਕੀ ਹੈ? ਵਿਜ਼ਨ ਇਹ ਹੈ ਅੱਜ ਇਸ ਜੀਵਨ ਦੇ ਮਾਲਕ ਹਾਂ, ਇਸ ਜਗ੍ਹਾ 'ਤੇ ਖੜ੍ਹੇ ਹਾਂ, ਇੱਥੇ ਪਹੁੰਚਣਾ ਹੈ। ਗੁਰੂ ਬਾਬਾ ਜੀ ਨੇ ਵਿਜ਼ਨ ਦਿੱਤਾ। ਵਿਜ਼ਨ ਕੀ ਸੀਗਾ ਕਿ ਇਸ ਧਰਤੀ 'ਤੇ ਰਹਿੰਦਿਆਂ ਹੋਇਆਂ, ਜਿਹਨੂੰ ਅਸੀਂ ਕਹਿੰਦੇ ਹਾਂ ਹਸੰਦਿਆਂ, ਖਿਲੰਦਿਆਂ, ਪਹਿਨੰਦਿਆਂ, ਖਾਵੰਦਿਆਂ, ਵਿੱਚੇ ਹੋਵੇ ਮੁਕਤ। ਹੱਸਣਾ, ਖੇਡਣਾ, ਖਾਣਾ, ਪਾਣਾ, ਇਹ ਜ਼ਿੰਦਗੀ ਹੋਏ। ਮੌਂਕ ਬਣ ਕੇ, ਕੋਈ ਯੋਗੀ ਬਣ ਕੇ, ਕੋਈ ਕਿਸੇ ਕਿਸਮ ਦਾ ਭਿਕਸ਼ੂ ਬਣ ਕੇ, ਕੋਈ ਖਾਸ ਧਾਰਮਿਕ ਬੰਦਾ ਬਣ ਕੇ ਕਿਸੇ ਕੇਵ ਦੇ ਵਿੱਚ ਬੈਠ ਗਿਆ ਜਾ ਕੇ, ਦੈਟਸ ਨੋਟ ਰਿਲੀਜੀਅਸ ਲਾਈਫ। ਇਹ ਤਾਂ ਜਸਟ ਇੱਕ ਤਰ੍ਹਾਂ ਦੇ ਨਾਲ ਫੇਕ ਇੱਕ ਸੋਚ ਆ ਕਿ ਮੈਂ ਧਾਰਮਿਕ ਬਣ ਗਿਆ। ਧਾਰਮਿਕ ਬੰਦਾ ਤੇ ਜੀਵਨ ਦੇ ਹਰ ਰੰਗ ਨੂੰ ਮਾਣੇ, ਪਰ ਕਿਵੇਂ ਮਾਣੇ? ਜ਼ਿੰਦਗੀ ਦੀਆਂ ਜਿਹੜੇ ਰੰਗ ਨੇ ਉਹ ਤੇ ਰਾਜਸੀ ਲੋਕ ਜਿਹੜੇ ਨੇ ਇੱਕ ਅਲੀਟ ਮਾਣ ਰਿਹਾ, ਉਹ ਤਾਂ ਕਿਸੇ ਨੂੰ ਸਾਹ ਲੈਣ ਦੀ ਜਿਹੜੀ ਅਕਸ਼ਮਤਾ ਨਹੀਂ ਦਿੰਦੇ, ਬੰਦਾ ਤਾਂ ਉਹਨਾਂ ਦਾ ਪਾਣੀ ਢੋਣ ਵਾਲਾ ਬਣ ਗਿਆ। ਸਾਹਿਬ ਨੇ ਵਿਜ਼ਨ ਦਿੱਤਾ, ਕਿਆ ਕਿਰਤ ਕਰੋ, ਕਿਰਤਾਂ ਨੂੰ ਮਾਣੋ, ਜ਼ਿੰਦਗੀ ਦੇ ਸੁੱਖਾਂ ਨੂੰ ਕਮਾਵੋ, ਸੁੱਖ ਭੋਗੋ। ਵਿਜ਼ਨ ਦੇ ਨਾਲ ਫਿਰ ਚਾਹੀਦੀ ਪਲਾਨਿੰਗ, ਇੱਕ ਹਾਇਰ ਲੈਵਲ 'ਤੇ ਲੈ ਕੇ ਜਾਣਾ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਪੜ੍ਹਦੇ ਹਾਂ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ,
ਨਾ ਕਿਸੇ ਤੋਂ ਕੋਈ ਡਰੇ, ਨਾ ਕਿਸੇ ਨੂੰ ਕੋਈ ਡਰਾਏ, ਸਮਾਜ ਨਿਰਭੈਤਾ ਦੇ ਆਲਮ ਵਿੱਚ ਲਿਆਂਦਾ ਜਾਏ। ਇਹ ਤਾਂ ਬੜੀ ਵੱਡੀ ਬਾਤ ਆ। ਹੁਣ ਇਹਦੇ ਵਾਸਤੇ ਸੈਕਿੰਡ ਚੀਜ਼ ਕਿਹੜੀ ਚਾਹੀਦੀ ਹੈ? ਇਸ ਪਲਾਨਿੰਗ ਨੂੰ ਜਾਂ ਇਸ ਵਿਜ਼ਨ ਨੂੰ ਪ੍ਰੋਪਰ ਤਰੀਕੇ ਦੇ ਨਾਲ ਮਿਸ਼ਨ ਨੂੰ ਸੰਪੂਰਨ ਕਰਨ ਵਾਸਤੇ, ਅਕੰਪਲਿਸ਼ ਕਰਨ ਵਾਸਤੇ ਸੈਕਿੰਡ ਥਿੰਗ ਹੈਗੀ ਰਿਸੋਰਸਸ। ਰਿਸੋਰਸਸ ਜਨਰੇਟ ਕੀਤੇ ਜਾਣ। ਰਿਸੋਰਸਸ ਜਨਰੇਟ ਕਰਨ ਦਾ ਸਭ ਤੋਂ ਬੇਸਿਕ ਤਰੀਕਾ ਕੀ ਹੈ? ਟੂ ਐਜੂਕੇਟ ਦਾ ਪਬਲਿਕ, ਟੂ ਐਜੂਕੇਟ ਦਾ ਪੀਪਲ। ਸਪਿਰਿਚੁਅਲਿਟੀ ਨੂੰ, ਸਿੱਖੀ ਨੂੰ ਇੱਕ ਸਿੱਖਿਆ ਦੇ ਤੌਰ ਤੇ ਲਿਆਂਦਾ, ਸਿਕਸ਼ਿਤ ਕੀਤਾ, ਸਮਾਜ ਉਸ ਜਗ੍ਹਾ ਤੇ ਲਿਆਂਦਾ। ਫਿਰ ਉਸ ਤੋਂ ਬਾਅਦ ਤੀਸਰੀ ਚੀਜ਼ ਆਉਂਦੀ ਹੈ, ਉਹ ਕੀ ਹੈ? ਟ੍ਰੇਨਿੰਗ। ਟ੍ਰੇਨਡ ਕਰੋ ਉਹਨਾਂ ਨੂੰ। ਲੋਕ ਜਿਹੜੀ ਚੀਜ਼ ਲੋਕਾਂ ਨੂੰ ਇੰਪੋਸੀਬਲ ਲੱਗਦੀ ਹੈ ਉਹਦੇ ਵਾਸਤੇ ਜਾਂ ਤੇ ਪਲਾਨਿੰਗ ਨਹੀਂ ਹੈਗੀ। ਇੰਗਲਿਸ਼ ਦੀ ਸੇਇੰਗ ਹੈ ਨਾ, ਇਫ ਯੂ ਫੇਲ ਟੂ ਪਲਾਨ ਦੈਟ ਮੀਨ ਯੂ ਪਲਾਨ ਟੂ ਫੇਲ। ਤੁਸੀਂ ਜੇ ਪਲਾਨਿੰਗ ਕਰਨ ਵਿੱਚ ਫੇਲ ਹੋ ਗਏ, ਤੁਹਾਡੀ ਪਲਾਨਿੰਗ ਹੀ ਫੇਲ ਹੋਣ ਦੀ ਸੀ, ਨਿਬੜਿਆ ਕੰਮ। ਸੋ ਪ੍ਰੋਪਰ ਪਲਾਨਿੰਗ ਕੀਤੀ ਜਾਏ, ਉਹਦੇ ਬਾਬਤ ਰਿਸੋਰਸਸ ਜਨਰੇਟ ਕੀਤੇ ਜਾਣ। ਤੀਸਰੀ ਚੀਜ਼, ਕਿਸੇ ਕੰਮ ਨੂੰ ਕਰਨ ਵਾਸਤੇ ਪ੍ਰੋਪਰ ਟ੍ਰੇਨਿੰਗ ਹੋਏ। ਹੁਣ ਟ੍ਰੇਨਿੰਗ ਕਿਸ ਚੀਜ਼ ਦੀ ਚਾਹੀਦੀ ਹੈ? ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਲੋਕਾਂ ਨੇ ਬੰਦੇ ਨੂੰ ਕਤਲ ਕਰਨਾ, ਬੰਦੇ ਨੂੰ ਮਾਰਨਾ, ਜ਼ੁਲਮ ਕਰਨਾ ਇਹ ਆਪਣਾ ਦੀਨ ਅਮਾਨ ਬਣ ਲਿਆ, ਧਰਮ ਬਣਾ ਲਿਆ। ਸ਼ਰਅ ਸ਼ਰੀਅਤ ਦਾ ਕਨਸੈਪਟ ਲੈਣ ਦਾ ਕਾਜ਼ੀ ਫਤਵੇ ਲਾਉਂਦੇ ਨੇ, ਰੋਜ਼ ਬੰਦਿਆਂ ਦੀਆਂ ਮਤਲਬ ਕਤਲੋ ਗਾਰਤ ਹੋ ਰਹੀ ਹੈ। ਜੇ ਕਿਤੇ ਹੋਰ ਕੋਈ ਰਾਜਾਸ਼ਾਹੀ ਵੀ ਦਿਸਦੀ ਹੈ ਸਾਨੂੰ ਥੋੜ੍ਹੀ ਬਹੁਤੀ, ਪਹਾੜੀ ਰਾਜੇ ਜਾਂ ਹੋਰ ਜ਼ੁਲਮ ਦੀ, ਉਹ ਵੀ ਹਨੇਰੀ ਲਿਆ ਰਹੇ ਨੇ ਸਭ। ਹੁਣ ਇਹਨਾਂ ਦੇ ਖਿਲਾਫ ਜ਼ਾਲਮ ਨੂੰ ਰੋਕਣ ਵਾਸਤੇ ਬਾਹਾਂ ਦੇ ਵਿੱਚ ਬਲ ਚਾਹੀਦਾ ਹੈ, ਉਹ ਸਾਰਾ ਸਿਸਟਮ ਚਾਹੀਦਾ ਹੈ। ਕਿਵੇਂ ਹੋਏਗਾ? ਭਾਈ 2-4-10 ਬੰਦੇ ਖੜੇ ਹੋਣਗੇ, ਉਹ ਕਹਿਣਗੇ ਭਾਈ ਅਸੀਂ ਇਸ ਚੀਜ਼ ਨੂੰ ਨਹੀਂ ਹੋਣ ਦੇਵਾਂਗੇ। ਅਗਲੇ 2-4-10 ਬੰਦਿਆਂ ਨੂੰ ਇਸ ਤਰੀਕੇ ਨਾਲ ਕਤਲ ਕਰਨਗੇ ਨੇ, ਬਰੂਟਲ ਵੇ ਦੇ ਨਾਲ। ਇੱਕ ਪ੍ਰੈਜ਼ੀਡੈਂਟ ਸੈੱਟ ਕਰ ਦੇਣਗੇ, ਕੋਈ ਆਵਾਜ਼ ਚੁੱਕਣ ਦੀ ਹਿੰਮਤ ਨਹੀਂ ਕਰੇਗਾ। ਗੁਰੂ ਬਾਬਾ ਜੀ ਨੇ 10 ਜ਼ਿੰਦਗੀਆਂ ਲਾਈਆਂ, 10ਵੀਂ ਜ਼ਿੰਦਗੀ ਦੇ ਵਿੱਚ ਆ ਕੇ ਮਤਲਬ ਜਿਹਨੂੰ ਅਸੀਂ ਉਹ ਨਜ਼ਮ ਪੜ੍ਹਦੇ ਆ ਨਾ, ਮਹਾਰਾਜ ਨੇ ਕੀਤਾ ਕੀ ਸੀਗਾ? उर्दू का आलम लिखता है कि लोहे के बर्तन में पानी भरा, पानी में लोहे का खंडा धरा, हिलाया वो खंडा जो मैंने जरा, तो पानी में लोहे का जोहर घुला। नजर हर कतरा उछलते हुए, उभरते हुए और मचलते हुए, उन कतरों से एक बूंद चिड़िया ने पी, धर ली ज़बां उसने शाहबाज की। उन कतरों से किरपान पैदा हुई, मेरी कौम की शान पैदा हुई। वो एक खंडे बाटे दी पहल, ਉਹ ਪੂਰੇ ਦਾ ਪੂਰਾ ਜਿਹੜਾ ਇਹ ਸਾਰਾ ਗੁਰੂ ਸਾਹਿਬ ਨੇ ਇੱਕ ਮਰਿਆਦਿਤ ਢੰਗ ਦੇ ਨਾਲ ਲਿਆਂਦੀ, ਇੱਕ ਕਮਿਊਨਿਟੀ ਬਿਲਡ ਕੀਤੀ, ਜਿਹਨੂੰ ਕਿਰਪਾਨ ਵਾਲੀ ਕੌਮ ਬਣਾਇਆ ਗਿਆ, ਜਿਹਦੇ ਰਹਿਣੀ ਰਹਿਤ ਦੇ ਵਿੱਚ ਹੀ, ਕੋਡ ਆਫ ਕੰਡਕਟ ਦੇ ਵਿੱਚ ਹੀ ਮਤਲਬ ਕਹਿਤਾ ਜਿਹੜੀ ਵੈਪਨ ਨੂੰ ਕੈਰੀ ਕਰਨਾ ਆ ਨਾ, ਕਿਰਪਾਨ ਨੂੰ, ਉਹ ਜ਼ਰੂਰੀ ਲਾਜ਼ਮੀ ਹੈ, ਤੇਰੇ ਧਰਮ ਦਾ ਹਿੱਸਾ ਆ। ਜਿਹੜਾ ਕਿਰਪਾਨ ਕੈਰੀ ਕਰਕੇ ਤੁਰਿਆ ਫਿਰਦਾ ਹੈ, ਉਹਨੂੰ ਕਿਰਪਾਨ ਹੈਂਡਲ ਕਰਨੀ ਨਾ ਆਉਂਦੀ ਹੋਏ, ਫਿਰ ਵੈਪਨ ਇਕੱਲਾ ਆਏ ਨਾ ਕਿ ਵੈਪਨ ਕਿਸੇ ਨੂੰ ਦੇ ਦਿਓ। ਭਾਈ ਵੈਪਨ ਦਾ ਪਤਾ ਵੀ ਹਾਊ ਟੂ ਯੂਜ਼ ਇਟ। ਤੇ ਕੋਈ ਯੂਜ਼ ਇਹ ਤੇ ਹੈ ਨਹੀਂ ਕਰਨਾ ਕਿਸੇ ਡੋਮੈਸਟਿਕ এনवायरमेंट 'ਚ ਕਰਨਾ ਵੀ ਘਰ ਦੇ 2-4 ਬੰਦੇ ਮਾਰ ਦਿੱਤੇ ਤੇ ਵੈਪਨ ਯੂਜ਼ ਹੋ ਗਿਆ ਨਾ। ਵੈਪਨ ਤੇ ਯੂਜ਼ ਹੋਣਾ ਉਸ ਸਟੈਬਲਿਸ਼ਮੈਂਟ ਦੇ ਖਿਲਾਫ ਜਿਹੜੀ ਲਗਾਤਾਰ ਜ਼ੁਲਮ ਕਰਨ ਵਾਸਤੇ ਆ ਰਹੀ ਹੈ। ਤੇ ਉਹਦੇ ਕੋਲ ਤੇ ਇਕੱਲਾ ਵੈਪਨ ਨਹੀਂ ਨਾ, ਉਹਦੇ ਕੋਲ ਤੇ ਹਰ ਚੀਜ਼ ਹੈ, ਹਰ ਹਰਬਾ ਆ, ਹਰ ਰਿਸੋਰਸ ਹੈ ਉਹਦੇ ਕੋਲ ਤੇ ਫੌਜਾਂ ਨੇ, ਉਹਦੇ ਕੋਲ ਤੇ ਅਮਲਾ ਫੈਲਾਇਆ, ਉਹਦੇ ਕੋਲ ਤੇ ਹਰ ਉਸ ਰੂਪ ਦੇ ਵਿੱਚ ਆ। ਫਿਰ ਸਾਰੇ ਦੀ ਟ੍ਰੇਨਿੰਗ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਟ੍ਰੇਨਿੰਗ ਕਰਵਾਈ। ਤੇ ਇਹ ਨਹੀਂ 2-4-10 ਬੰਦੇ ਟ੍ਰੇਨਡ ਕੀਤੇ ਸਭ ਕੁਝ। ਤੁਸੀਂ ਅੱਜ ਦੇ ਦੌਰ ਦੇ ਵਿੱਚ, ਜਦੋਂ ਅੱਜ ਵੀ ਹਵਾਵਾਂ ਕੋਈ ਸਾਡੇ ਬਹੁਤੇ ਫੇਵਰ ਵਿੱਚ ਨਹੀਂ ਹੈਗੀਆਂ, ਕਿਉਂ ਹੋਣਗੀਆਂ? ਕਿਉਂਕਿ ਹੱਕ ਸੱਚ ਦੀ ਗੱਲ ਕਰਨ ਵਾਲੇ ਉਸ ਤਬਕੇ ਨੂੰ ਕੌਣ ਪ੍ਰਵਾਨ ਕਰੇਗਾ? ਜਿਹੜਾ ਤਬਕਾ ਗਿਣਤੀ 'ਚ ਥੋੜ੍ਹਾ ਆ, ਜਿਹਨੂੰ ਚੈਲੰਜਸ ਇੰਤਹਾ ਦੇ ਨੇ, ਉਹਦੇ ਤੇ ਖਿਲਾਫ ਹੀ ਚੱਲੇਗਾ ਸਭ ਕੁਝ। ਪਰ ਫਿਰ ਵੀ ਕਿਤੇ ਨਾ ਕਿਤੇ ਬਾਤ ਕਰਨੀ ਬਣਦੀ ਹੈ। ਕਿਉਂ? ਫਿਰ ਕਹਿਣਾ ਪੈਂਦਾ ਕਿਸੇ ਨਾ ਕਿਸੇ ਨੂੰ, ਹਾਂ ਭਾਈ ਸੱਚ ਤੇ ਸੱਚ ਹੈ। ਫਿਰ ਮੂਵੀਜ਼ ਵੀ ਬਣ ਜਾਂਦੀਆਂ ਨੇ। ਫਿਰ ਤੁਸੀਂ ਉਹੋ ਜਿਹੀਆਂ ਮੂਵੀਜ਼ ਵੀ ਵੇਖਦੇ ਹੋ ਜਿਨ੍ਹਾਂ ਦੇ ਵਿੱਚ 4 ਸਾਹਿਬਜ਼ਾਦੇ ਆ ਜਾਂਦੇ ਨੇ, ਕੱਚੀ ਗੜੀ ਲੜਾਈ ਨੂੰ ਪੋਰਟਰੇਟ ਕੀਤਾ ਜਾਂਦਾ ਹੈ, ਭਾਵੇਂ ਉਹ ਇੱਕ ਐਨੀਮੇਟਿਵ ਵੇ ਦੇ ਨਾਲ ਹੀ ਕੀਤਾ ਜਾਂਦਾ, ਐਨੀਮੇਸ਼ਨ ਦੇ ਵਿੱਚ, ਪਰ ਕੀਤਾ ਤੇ ਜਾਂਦਾ ਆ। ਜਾਂ ਫਿਰ ਕੇਸਰੀ ਵਰਗੀਆਂ ਮੂਵੀ ਬਣਦੀਆਂ, ਸਾਰਾ ਗਰੀ ਦੀ ਲੜਾਈ ਵਿਖਾਈ ਜਾਂਦੀ, ਆਹ ਦੇਖੋ ਭਾਈ ਆਹ ਵੀ ਮਰਜੀਵੜੇ ਸੀਗੇ ਭਾਈ।
एक कित्थों आया सारा ये स्पिरिट, कित्थों आया ये रुतबा कित्थों आया? इस सारे दे पिछे जिहड़ी चीज़ कारगर करती है, काम करती है, वो है होला महला, महल्ले कढ़ने। महल्ले असल विच हल्ला ते महला ये दो लफ्ज़ों तो बनया होला महला है। होला एक खुशी दे उत्सव का एक जिक्र आ, जिहदे च बंदा अपना आप गवा के एक बड़े वड्डे रंग च रंगिया जाता है। मतलब जिहड़े रंग सट्टे जाते हैं सारे दुनियावी तौर पर, ये तो जस्ट एक विखावे की मजमेकारी है ना। ਇਹਦਾ तो एक्चुअली वजूद भी गवा दिता। ਇਹਦੇ अंदर छेड़खानी आ गई, ਇਹਦੇ अंदर असमाजिक सोच का रंग आ गया, असभ्यक प्रवृत्ति ਦੇ ਨਾਲ इस चीज़ ਨੂੰ रंगिया गया। सिनेमे ने होर तरीके ਨਾਲ पोर्ट्रेट कर दिता। फिर हुण ਤਾਂ ਅੱਜ ਦੇ हालातों के लड़ाई झगड़े का सबब बन गया सब चीज़ां। ਜਿਹੜੀ ਉਹ रंग की खेड है, वो रंग ये नहीं गा। वो रंग तुसीं पढ़दे हो, जो तो प्रेम खेलन का चाओ सिर तर तली गली मेरी आओ, वो प्रेम का रंग है। यो रंग है कि जाको हर रंग लागो इस युग में सो कहियत है सूरा, आत्म जिणै सगल वस्तां कै जाका सतगुरु पूरा, ठाकुर गाइए आत्म रंग, वो रंग है। यो है जिद कहा गया कि आज हमारे बने फाग, मतलब यो फाग नहीं गा जिहड़ा रंग सट के सज्जे खब्बे खेड़ दिता ना। यो चीज आ होली किन्नी संत सेव, एक उस चीज़ की बात की कि कला ही लैवल ते लिया गया। एक कल्चर की मोडिफिकेशन है पूरे की पूरी। जे गुरु साहब वो होले वो महल्ले ना कढ़ते, वो सब चीज़ां ना लियाउंदे, तो समाज ने जिहड़ियां चीज़ां ईवन अज भी जो समाज मान पा रहा उस खिते दे विच, उस हिमालयन की ते शिवालिक की तलहटी दे विच ते उरले पासे सारी वो बसी हुई सभ्यता जिहड़ी है, उस सारे दा जे कुछ रंग मौजूद आ, जिसनों साडे कवि जी बयान करते भी छाए जाती एकता, छाए जाती एकता अनेकता बिलाए जाती होवती कुचीलता किताबन कुरान की। असीं तो नहीं मनते किसी को कुचील, असीं तो कहने सब खुदाई रंग रब्बी रंग ही है सब। पर जेडे कहते सी मलेश ने कुचील ने कुचीलों के ग्रंथ ने किताब नहीं पढ़ने चाहिए सब, तो वो कवि जी कहते यही होना सी सब कुछ भी नहीं सी होर होना। चलो साडी बात छड्डो। अज दे दिन जेडे अपने आप में बड़े सैकुलर रखाउंदे ने, माफ़ी मंगा मैं इतना समर्थ नहीं, पर छोटी जी बात ही कहन लगा। वो कई बार बुल्ले शाह नूं बड़ा कोड करते हैं भी उन्हें होली ते एक नगमा लिखिया पूरे का पूरा। बिल्कुल ठीक है, कोड करो सारिਆਂ ਨੂੰ पूरी तरह कोड करो, उन्हें होर भी बहुत कुछ लिखिया है। ये बुल्ले दे बचन ने, बुल्ले शाह दे जिहड़ा सूफी फकीर सीगा, जिन्हें कहा सीगा भी अब की कहूँ न तब की बात करूँ मैं जब की, अगर ना होते गुरु गोबिंद सिंह सुन्न तो होती सबकी। ये रियलिटी है उस खिते च, और कुछ नहीं सी बचना। छाए जाती एकता अनेकता बिलाए जाती होवती कुचीलता किताबन कुरान की, पाप परपक जाते धर्म धसक जाते वर्ण गरक जाते, रीत मिट जाती कथा बेदन पुराण की। रीत ही मिट जानी सी, किसी को एहसास भी नहीं सी रहना भी आ भी कुछ होया कदी। अफगानिस्तान देखो पूरा का पूरा बोधी सभ्यता का रंग सीगा। बामियान पूरे दे विच पहाड़ कट कट के उन्हां दीयां जिहड़ियां ने मूर्तियां बनाईयां, वर्ल्ड का क्लासिकल रंग सीगा स्टैचू जिहड़ा हैगा उस क्रिएशन दे विच। कुछ भी नहीं बचया, कोई मठ मंदिर किसी रूप में नहीं मौजूद है। जे इत्थे रहा तो ये शान गुरु गोबिंद सिंह साहब की है, ये शान उन्होंने उस कल्चर की है, ये शान उन्होंने होले महल्ले की उस विरासत की है। पर वो फिर दानिशमंद दे बचन कह देना भी गैरों पे गिला हम क्या करें, दूजियां ते गिला की करना है किसी रूप दे विच, जदों अपनियां नूं ही अपने नाल वफा करन दा तसव्वुर ना होए। ते मतलब साडा भी वही रंग, ना होले दी एहसासियत ना होले महल्ले की एहसासियत है। खैर निहोरे दिन का मैं ना चंगा लगता ना ये कॉन्सैप्ट है। गल यह है किसी न किसी तरीके दे नाल सच ते सच्चाई नूं समझिए, जीवन दे उस रंग च आ जाइए। गुरबाणी दा पावन बचन जो असीं विचार रहे सीगे, आनंदा वजह नित वाजे, मनुख ने जीवन के उस हाईएस्ट लैवल के सुख नूं मानना आ। तो
तो मानण की कैपेसिटी, उस मानण की पॉसिबिलिटी ये मौजूद है। बीते कल आप बड़ी डिटेल च दी बात की सीगी। गुरबाणी इहदा एहसास कराउंदी है ते कहिंदी है कोई आनंद किसी खास उस आनंद का माइंड की जिहड़ा है सबसटेंस इनटेक नाल नहीं आउणा। वो आनंद कोई पैरानोइड नहीं हैगा। ये अनहदा वजहनित वाजे जिहड़े ने ये कोई स्पैशल किस्म के छैणे वजने नहीं कन्नां दे विच। ये तो एक जीवन का रंग आ। तो मैं बिनती की सी जिन्होंने समाधियां च बैठ के कलियां नूं गुफावां विच बैठ के कोई खास किंकुरियां सुनदियां सीगियां। एक जोगियां नूं सुनने वाला संगीत किया जाता। ये तो गुरु बाबा जी ने बाणी च बयान किया, किंकुरी अनूप वाजा है जोगिया मतवारो रहो मतवारे जोगी। आ जी अनूप किंकुरी वज रही है जिहदी कोई उपमा नहीं, वो भी तो सुन कदे। अनहदा जिहड़ी है वो जिहड़े वाजे वज रहे हैं उस रूप दे विच। आप एहसास करो जिस खिते च कहा जाता सीगा कि हिंसा जिहड़ी है ना बहुत माड़ी चीज़ है। हिंसा बंदे नूं बर्बाद कर दिंदी। हिंसा बंदे च आ जाए बंदे चो बंदे वाला रूप मर जाता आ। गुरु साहब ने वो कल्चर तैयार किया तो वो लोग तैयार किए जिहड़े हत्थां दे विच शमशीरां दे मुठ्ठे फड़ के मैदानां विच उतरदे जुलम ते जालम दे खिलाफ आप बिल्कुल जुलम करन दे जालम बनन दे बिल्कुल नेड़े तक ना जाते। ये जिहड़ी चीज़ है ये है जिन्हों जीवन के सहायर मकसद का पता लग जाए। निरा बंदा शमशीरां चला के जालम बन जाए ये कोई प्राप्ति नहीं जीवन की, बल्कि प्राप्ति तो यह है बंदा मनुख बन के जीए धरती ते। तो फिर ये भी है, ये भी कमजोरी ना होए भी जे किते लोड़ पे तो जो हथियारां दी ते जंग दियां उस आवाज़ां दी बात आ वो बंदे नूं डराउणियां लगण ना, उन्हां विच भी लोड़ पे तो उन्हां विचों भी बंदे नूं आनंद ही दिसे, सुख दिसे। सो ये चीज़ एक्चुअल लैवल ते बात आ। जीवन के हर रंग दे विच सानू अपने आप नूं जीण दी, उसनूं मानण दी, एहसासण दी प्रवृत्ति आ सके। इस करके साहब ने कहा आनंद आ वजह नित वाजे पार ब्रह्म मन उठा राम। फिर क्या गुरमुखे सच करनी सारी बिन से परम पै झूठा राम। जदों गुरु वल मूँह किया सच करनी सारी, सच दी करनी दी सार आ गई। करनी जो असीं कर रहे हैं साडी करनी है सारे दी सारी। ये करनी साडा तकना, साडा बोलना, साडा बहना, साडा उठना, साडा खाना, साडा पीना, साडा रहना सब करनी है साडी। ये करनी कोई स्पैसीफिक करनी नहीं होंदी। ये करनी किसी तो प्रभावित होकर करते हैं। असीं गुस्सा विखावांगे, ठीक है, जिन्हें विखाया चलो तो उसकी मर्जी है। मैं अपना गुस्सा विखा के मैं अपनी करनी गुस्से वाली कर रहा हाँ। आया किसी ने मेरे नाल ईर्खा की, मैं क्या कोई ना मैं भी ईर्खा करांगा। किसी ने चलो की अपनी करनी, मैं अपनी करनी बदल लई। करनी एवं बदलती है। बंदे ने करनी कितों सीखनी है? आले दुआले के इन्फ्लुएंस तो, गुरु तो। ये सोचे सब कहते गुरमुखे सच करनी सारी, जिन्हें गुरु वाल मूँह करके सच की करनी उस उदी सार से लै ली। बिन से परम पै उठा राम। परम की हालत ते भय की हालत ये दोनों निबड़ गई। हुण उहदे च ना डर रह गया ना किसी किस्म का तोखला, कन्फ्यूजन रह गई। उन्होंने पता लग गया अकाल पुरख वाहिगुरू दिते हुए जीवन नूं मानना है। ये जिंदगी प्रीशियस आ, ये सच का असलीयत का सुख मानना है। सो उहदी बात ये आनंद अवस्था की गल आ। अगलेरा बचन साहब ने बयान किया है, महाराज जिक्र करते कि अनहद बाणी गुरमुख वखाणी जस सुन सुन मन तन हरिया। अनहद बाणी गुरमुख वखाणी, गुरु दे मुख दे जरिए, गुरु दे वर्तन दे नाल एक ऐसी बाणी, अनहद बाणी जिहड़ी बाणी अनाहद नाद पैदा करती है। देखो बाणी बचन हुंदे ने, बोल हुंदे ने। जी मैं किसी सज्जन नाल बात पा रहा सीगा, तुसीं कोई काम कार करते हो, कुछ किसी किस्म का एफर्ट पाउंदे हो, कोई फैसला लै रहे हो, तो एक शख्स जिहड़ा आ वो आके तुहाडे उस फैसले नूं क्रिटिसाइज करदा है, निंददा है, तुहानूं सपोर्ट करन दी बजाए तुहाडे मोराल नूं नीवां लै आउंदा आ। बस लोड़ ही नहीं, बंदा अपने आप दुखे चला जाएगा। उस जगह ते एक शख्स हौसला दिंदा है, तगड़ियां करदा है, वड्डियां करदा है, वड्याउंदा आ, बंदा तगड़ा हो जाता है। एक्चुअली ये जिहड़ी चीज़ है शब्द की प्रताप आ। साहब ने कहा ऐसी बाणी जिहड़ी गुरु ने सिखाई, जिहड़ी
ਸਾਨੂੰ ਜੀਵਨ ਦੀ ਚੜ੍ਹਦੀ ਕਲਾ ਦਿੰਦੀ ਹੈ। ਉਹਦੀ ਬਾਤ ਹੋ ਰਹੀ, ਅਨਹਦ ਬਾਣੀ ਗੁਰਮੁਖ ਜਾਣੀ, ਗੁਰਮੁਖ ਵਖਾਣੀ, ਜਸ ਸੁਣ ਸੁਣ ਮਨ ਤਨ ਹਰਿਆ। ਉਸ ਬਾਣੀ ਦੇ ਜ਼ਦਕਾ ਰੱਬ ਦਾ ਜਸ ਕਰਤਾਰੀ ਜਸ ਸੁਣ ਸੁਣ ਕੇ ਮਨ ਵੀ ਤੇ ਤਨ ਵੀ ਹਰਿਆ ਹੋ ਗਿਆ। ਸਰਬ ਸੁੱਖਾਂ ਤਿਸ ਹੀ ਬਣੇ ਆਏ ਜੋ ਪ੍ਰਭ ਆਪਣਾ ਕਰਿਆ। ਉਸ ਹਸਤੀ ਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ ਜਿਸ ਨੂੰ ਕਰਤਾਰ ਨੇ ਆਪਣੇ ਦਾਮਨ ਨਾਲ ਜੋੜ ਲਿਆ, ਜਿਸ ਨੂੰ ਰੱਬ ਜੀ ਨੇ ਰੱਬੀ ਸਤੁਤੀ ਦਾ ਸੁੱਖ ਦੇ ਦਿੱਤਾ। ਘਰ ਮਹਿ ਨਵਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ। ਜਿਹਨੂੰ ਰੱਬ ਜੀ ਦੇ ਨਾਮ ਦਾ ਰੰਗ ਲੱਗ ਗਿਆ, ਉਹਦੇ ਹਿਰਦੇ ਘਰ ਦੇ 'ਚ ਨੌ-ਨਿਧ ਭੰਡਾਰ ਭਰ ਗਏ। ਜੀਵਨ ਦੇ ਸ਼ੁਭ ਗੁਣ ਤੇ ਸੋਝੀ ਵਾਲਾ, ਲਿਆਕਤ ਵਾਲਾ, ਅਕਲ ਵਾਲਾ ਪੱਖ ਉਹਦੇ ਜੀਵਨ 'ਚ ਆ ਗਿਆ। ਬਿਲਕੁਲ ਅੰਤਲੀ ਲਾਈਨ ਹੈ ਆ, ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਪਾਗਾ। ਹੈ ਨਾਨਕ, ਉਹ ਕਦੀ ਵੀ ਉਸ ਆਨੰਦ ਦੀ ਅਵਸਥਾ ਤੋਂ ਵਿਛੜਦਾ ਨਹੀਂਗਾ ਜਿਹਦੇ ਭਾਗ ਪੂਰੇ ਹੋ ਗਏ। ਭਾਵ ਜਿਹਨੂੰ ਕਰਤਾਰ ਨੇ ਆਪਣੇ ਚਰਨਾਂ ਦੇ ਨਾਲ ਲਾਇਆ, ਜਿਹਨੂੰ ਗੁਰੂ ਦਾ ਸਿੱਖਿਆ, ਗੁਰੂ ਦੀ ਅਸੀਸ ਪ੍ਰਾਪਤ ਹੋ ਗਈ। ਇੰਨੀਆਂ ਕੁ ਬੇਨਤੀਆਂ ਦੇ ਨਾਲ ਹੀ ਆਪ ਸਮੂਹ ਸੰਗਤ ਤੋਂ ਖਿਮਾ ਦਾ ਯਾਚਕ ਹੋਵਾਂਗਾ। ਹੋਲੇ ਮਹੱਲੇ ਦੇ ਪਾਵਨ ਪੁਰਬ ਵਿਰਾਸਤੀ ਰੰਗ ਨੂੰ ਯਾਦ ਕਰਦਿਆਂ ਹੋਇਆਂ ਮੁਬਾਰਕਬਾਦ ਕਿਰਸਾਨ ਮਾਈ ਭਾਈ ਦੀ ਸਫਲਤਾ ਹੋਏ ਉਹਦੀ ਵੀ ਅਰਦਾਸ ਹੈ। ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ